ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਪ੍ਰਥਾਏ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੇ ਅੰਦਰ 48ਵੀਂ ਪੌੜੀ ਦੇ ਅੰਦਰ ਲਿਖਿਆ ਹੈ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ, ਅਗਮ ਅਗੋਚਰ ਸਤਿਗੁਰੂ ਬੋਲੇ ਮੁਖਤੇ ਸੁਣੋ ਸੰਸਾਰੀ, ਕਲਯੁਗ ਪੀੜੀ ਸੋਢੀਆਂ ਨਿਹਚਲ ਨੀਵ ਉਸਾਰ ਖਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਹਾੜਵਦੀ ਏਕਮ ਨੂੰ 1595 ਗੁਰੂ ਕੀ ਵਡਾਲੀ ਨਗਰ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਧੰਨ ਧੰਨ ਮਾਤਾ ਗੰਗਾ ਜੀ ਦੇ ਪਾਵਨ ਪਵਿੱਤਰ ਉਦਰ ਤੋਂ ਪਿਤਾ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਪਾਤਸ਼ਾਹ ਦਾ ਅਵਤਾਰ ਹੋਇਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਕਈ ਤੁਖੱਲਸ ਲੱਗੇ ਨੇ। ਸਤਿਗੁਰੂ ਮਹਾਬਲੀ ਅਵਤਾਰ ਹੋਏ, ਜੋਧੇ ਸੂਰਮੇ ਹੋਏ, ਮੀਰੀ ਪੀਰੀ ਦੇ ਮਾਲਕ ਹੋਏ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅੱਜ ਦੀ ਸਾਖੀ ਦੇ ਅੰਦਰ ਅਸੀਂ ਵਿਸ਼ਾ ਸਰਵਣ ਕਰਾਂਗੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦੇ ਉੱਤੇ ਬੈਠਣਾ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਜੇਠ ਸੁਦੀ ਚੌਥ 1606 ਨੂੰ ਲਾਹੌਰ ਵਿਖੇ ਹੋਈ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਜਦੋਂ ਹੋਈ, ਇਹ ਸਾਰੀ ਵਾਰਤਾ ਆ ਕੇ ਪੰਜ ਸਿੰਘ ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਧਿੰਗਾ ਜੀ, ਇਹਨਾਂ ਸਾਰਿਆਂ ਨੇ ਆ ਕੇ ਹਰਗੋਬਿੰਦ ਸਾਹਿਬ ਜੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਅਤੇ ਸਮੂਹ ਸਾਧ ਸੰਗਤ ਦੇ ਸਾਹਮਣੇ ਇੱਕ ਗੱਲ ਰੱਖੀ ਕਿ ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਲਾਹੌਰ ਵਿਖੇ ਗਏ, ਉੱਥੇ ਬਾਦਸ਼ਾਹ ਜਹਾਂਗੀਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕੁਝ ਸ਼ਰਤਾਂ ਰੱਖੀਆਂ। ਕਿਹਾ ਕਿ ਮਹਾਰਾਜ ਤੁਸੀਂ ਆਪਣੇ ਗ੍ਰੰਥ ਦੇ ਅੰਦਰ ਸਾਡੇ ਪੈਗੰਬਰਾਂ ਦੀ ਵੀ ਤਾਰੀਫ ਲਿਖੋ, ਅਤੇ ਮੁਸਲਮਾਨ ਬਣਨ ਦੇ ਲਈ ਪ੍ਰੇਰਣਾ ਦਿੱਤੀ ਸਿੱਖਾਂ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੀ ਕੋਈ ਵੀ ਗੱਲ ਪ੍ਰਵਾਨ ਨਹੀਂ ਕੀਤੀ। ਇਹ ਗੱਲ ਜਦੋਂ ਪੰਜੋਂ ਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਤੇ ਸਾਰੀ ਸੰਗਤਾਂ ਨੂੰ ਦੱਸੀ, ਸਾਰੀ ਸੰਗਤਾਂ ਨੂੰ ਹੋਇਆ ਵੀ ਉਸ ਤੋਂ ਬਾਅਦ ਕੀ ਗੱਲ ਹੋਈ। ਅਤੇ ਸਿੱਖਾਂ ਨੇ ਕਿਹਾ, ਜਦੋਂ ਸਤਿਗੁਰਾਂ ਨੇ ਸ਼ਰਤਾਂ ਨਹੀਂ ਮੰਨੀ ਤਦੋਂ ਜਹਾਂਗੀਰ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਪੁਰਦ ਕਰ ਦਿੱਤਾ ਚੰਦੂ ਦੀਵਾਨ ਦੇ, ਅਤੇ ਉਹਨੂੰ ਕਿਹਾ ਕਿ ਤੇਰੀ ਬੇਟੀ ਦਾ ਰਿਸ਼ਤਾ ਇਹਨਾਂ ਦੇ ਪੁੱਤਰ ਹਰਗੋਬਿੰਦ ਨੇ ਨਹੀਂ ਪ੍ਰਵਾਨ ਕੀਤਾ, ਇਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਨਹੀਂ ਲਿਆ, ਅਤੇ ਤੂੰ ਹੁਣ ਜੋ ਕਰਨਾ ਗੁਰੂ ਸਾਹਿਬ ਮਹਾਰਾਜ ਦੇ ਨਾਲ ਕਰ ਲੈ। ਅਤੇ ਚੰਦੂ ਦੀਵਾਨ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ 5 ਦਿਨ ਭੁੱਖੇ ਪਿਆਸੇ ਲਾਹੌਰ ਵਿਖੇ ਰੱਖਿਆ ਅਤੇ ਮਹਾਰਾਜ ਜੀ ਨੂੰ ਬਹੁਤ ਜ਼ਿਆਦਾ ਤਸੀਹੇ ਦਿੱਤੇ, ਜਿਸ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤਪਦੇ ਹੋਏ ਕੜਾਹੇ ਦੇ ਅੰਦਰ ਜਲ ਗਰਮ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਰੀਰ ਨੂੰ ਬਾਲਿਆ ਗਿਆ। ਸਤਿਗੁਰਾਂ ਦੇ ਸੀਸ ਦੇ ਉੱਤੇ ਤੱਤੀ ਰੇਤ ਪਾਈ ਗਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਤੱਤੀ ਤਵੀ 'ਤੇ ਜੇਠ ਦੇ ਮਹੀਨੇ ਬਾਇਆ ਗਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਅਤੇ ਇੰਨਾ ਜਦੋਂ ਜ਼ੁਲਮ ਦੇਖਦੇ ਹੋਏ ਸਾਈਂ ਮੀਆਂ ਮੀਰ ਸਾਹਮਣੇ ਆਏ। ਸਾਈਂ ਮੀਆਂ ਮੀਰ ਜੀ ਨੇ ਕਿਹਾ, ਮਹਾਰਾਜ ਇਹ ਆਪ ਜੀ ਕੀ ਖੇਡ ਵਰਤਾ ਰਹੇ ਹੋ, ਜੇ ਹੁਕਮ ਦਿਓ ਤਾਂ ਮੈਂ ਇੱਟ ਨਾਲ ਇੱਟ ਖੜਕਾ ਦਿਆਂ, ਤੁਰਕਾਂ ਦੀ ਦਿੱਲੀ ਅਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ। ਮਹਾਰਾਜ ਨੇ ਆਪਣੀ ਉਹੀ ਬਾਣੀ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਵਿੱਚ ਤੁਕ ਲਿਖੀ ਸੀ, ਬ੍ਰਹਮ ਗਿਆਨੀ ਕੇ ਧੀਰਜ ਏਕ, ਜੋ ਬਸੁਧਾ ਕੋ ਖੋਦਾ ਕੋ ਚੰਦਨ ਲੇਪ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਬ੍ਰਹਮ ਗਿਆਨ ਦੀ ਅਵਸਥਾ ਦਿਖਾ ਕੇ ਸਾਈਂ ਮੀਆਂ ਮੀਰ ਜੀ ਨੂੰ ਸ਼ਾਂਤ ਕੀਤਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਸਾਰੀ ਵਾਰਤਾ ਜਦੋਂ ਪੰਜੇ ਸਿੰਘ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸੰਗਤ ਨੂੰ ਸੁਣਾ ਰਹੇ ਸਨ, ਸੰਗਤ ਨੂੰ ਬਹੁਤ ਦੁੱਖ ਅਤੇ ਸ਼ੋਕ ਹੋ ਰਿਹਾ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨੇਤਰ ਲਾਲ ਹੋ ਰਹੇ ਸਨ ਸਾਰੀ ਵਾਰਤਾ ਸੁਣ ਕੇ। ਪੰਜਾਂ ਸਿੱਖਾਂ ਨੂੰ ਪੁੱਛਿਆ ਅੱਗੇ ਕੀ ਹੋਇਆ। ਸਿੱਖਾਂ ਨੇ ਕਿਹਾ, ਮਹਾਰਾਜ ਉਹ ਪਾਪੀ ਚਾਹੁੰਦਾ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਰੀਰ ਨੂੰ
अपवित्र करना। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਤੋਂ ਪਹਿਲਾਂ ਹੀ ਆਪਣੇ ਸਰੀਰ ਨੂੰ ਸ਼ਾਂਤ ਕਰਨ ਦੇ ਲਈ ਸ਼੍ਰੀ ਜਾਪ ਸਾਹਿਬ ਦੇ ਪਾਠ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਸਰੀਰ ਸ਼ਾਂਤ ਕਰਨਾ ਚਾਹਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉੱਥੇ ਸਿੰਘਾਂ ਨੂੰ ਕਿਹਾ, 5 ਸਿੰਘਾਂ ਨੂੰ ਕਿਹਾ, ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਕਿ ਅਸੀਂ ਹੁਣ ਆਪਣਾ ਸਰੀਰ ਰਾਵੀ ਦੇ ਸਪੁਰਦ ਕਰਨਾ ਚਾਹੁੰਦੇ ਹਾਂ। ਜਦੋਂ ਸਤਿਗੁਰੂ ਨੂੰ ਮੋਢਿਆਂ 'ਤੇ ਚੱਕ ਕੇ ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ ਰਾਵੀ ਦੇ ਸਪੁਰਦ ਆਏ ਅਤੇ ਮਹਾਰਾਜ ਜੀ ਨੇ ਇਸ਼ਨਾਨ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਪ ਸਾਹਿਬ ਦਾ ਪਾਠ, ਜਪਜੀ ਸਾਹਿਬ ਦਾ ਪਾਠ ਕੀਤਾ। ਉੱਥੇ ਇੱਕ ਸਿੱਖ ਦਾ ਵੀ ਜ਼ਿਕਰ ਆਉਂਦਾ ਜਿਹੜਾ ਰਬਾਬ ਲੈ ਕੇ, ਫਿਰੰਦਾ ਲੈ ਕੇ ਜਾ ਰਿਹਾ ਸੀ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਰਥਾਏ ਉੱਥੇ ਮਾਰੂ ਦਾ ਸ਼ਬਦ ਵੀ ਉਹਨੇ ਗਾਇਨ ਕੀਤਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ 5 ਸਿੰਘਾਂ ਨੂੰ ਕਿਹਾ, ਸਿੰਘੋ ਤੁਸੀਂ ਅੰਮ੍ਰਿਤਸਰ ਸਾਹਿਬ ਜਾਇਓ ਅਤੇ ਮੇਰੇ ਪੁੱਤਰ ਨੂੰ ਕਿਹੋ ਕਿ ਹੁਣ ਉਹ ਸਮਾਂ ਆ ਗਿਆ ਹੈ ਕਿ ਜਦੋਂ ਉਹਨਾਂ ਨੂੰ ਹੁਣ ਤਖਤ ਸਜਾਉਣੇ ਪੈਣਗੇ। ਤਖਤ ਸਜਾ ਕੇ ਤਖਤਾਂ ਦੇ ਉੱਤੇ ਬੈਠ ਕੇ ਸ਼ਸਤਰਧਾਰੀ ਹੋਣਾ ਪਵੇਗਾ। ਸ਼ਸਤਰਧਾਰੀ ਹੋ ਕੇ ਗਿਆਨ ਦੀ ਚਰਚਾ ਅਤੇ ਮੀਰੀ ਅਤੇ ਪੀਰੀ ਦੀਆਂ ਕਿਰਪਾਨਾਂ ਪਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤਖਤ 'ਤੇ ਬਿਠਾਓ। ਇਹ ਮੇਰਾ ਹੁਕਮ ਹੈ। ਮੇਰੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਮੇਰੇ ਜੋਤੀ ਜੋਤ ਸਮਾਨ ਤੋਂ ਤਖਤ 'ਤੇ ਬਿਠਾਓ। ਇੰਨੀ ਵਾਰਤਾ ਸੁਣ ਕੇ ਉਹ 5 ਸਿੰਘ ਬੜੇ ਕੰਬ ਗਏ ਅਤੇ ਜਿਹੜੀ ਸੰਗਤ ਅੰਮ੍ਰਿਤਸਰ ਪ੍ਰਸੰਗ ਸੁਣ ਰਹੀ ਸੀ ਉਹ ਵੀ ਬਹੁਤ ਘਬਰਾ ਗਈ। ਉਹਨਾਂ ਨੇ ਪੁੱਛਿਆ, ਅੱਗੇ ਕੀ ਹੋਇਆ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਸਰੀਰ ਜੇਠ ਦੀ ਚੌਥ ਵਾਲੇ ਦਿਨ, ਜੇਠ ਸੁਦੀ ਚੌਥ 1606 ਵਾਲੇ ਦਿਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦੀ ਦੇ ਦਿੱਤੀ ਅਤੇ ਆਪਣੇ ਸਰੀਰ ਨੂੰ ਰਾਵੀ ਦੇ ਸਪੁਰਦ ਕਰ ਦਿੱਤਾ। ਇਹ ਜਦੋਂ ਸਾਰੀ ਵਾਰਤਾ ਅੰਮ੍ਰਿਤਸਰ ਬੈਠੇ ਸਿੰਘਾਂ ਨੇ 5 ਸਿੰਘਾਂ ਤੋਂ ਸੁਣੀ, ਉਹ ਬਹੁਤ ਜ਼ਿਆਦਾ ਸ਼ੋਕਗ੍ਰਸਤ ਹੋਏ, ਦੁਖੀ ਹੋਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉੱਥੇ ਬੀਰ ਰਸ ਦੇ ਅੰਦਰ ਆ ਕੇ ਸੰਗਤ ਨੂੰ ਕਿਹਾ, ਸੰਗਤ ਜੀ ਜੋ ਸਾਡੇ ਪਿਤਾ ਨੇ ਹੁਕਮ ਦਿੱਤਾ ਹੈ, ਜਥਾ ਸ਼ਕਤ ਸੈਨਾ ਸੰਗ ਸਾਜੋ, ਪ੍ਰਥਮ ਚੰਦੂ ਤੇ ਪਲਟਾ ਲੇਵੋ, ਹੁਕਮ ਕੁਮੌਤ ਮਹਾਂ ਦੁੱਖ ਦੇਹੋ। ਕਹਿੰਦੇ ਜਿਹੜਾ ਚੰਦੂ ਹੈ ਉਹਨੂੰ ਕੁਮੌਤ ਦੇਣ ਦਾ ਹੁਕਮ ਹੈ ਅਤੇ ਅਸੀਂ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਪਿਤਾ ਦੇ ਬਚਨ ਸੱਤ ਕਰਾਂਗੇ ਅਤੇ ਚੰਦੂ ਨੂੰ ਮੌਤ ਦੇ ਘਾਟ ਉਤਾਰਾਂਗੇ। ਅਤੇ ਅਸੀਂ ਬੀਰ ਰਸੀ ਪ੍ਰਣ ਅਜਿਹਾ ਕਰਦੇ ਹਾਂ ਕਿ ਸਾਡੇ ਸਾਰੇ ਸਿੰਘ ਅੱਜ ਤੋਂ ਸ਼ਸਤਰਧਾਰੀ ਹੋਣਗੇ ਅਤੇ ਅਸੀਂ ਵੀ ਮੀਰੀ ਪੀਰੀ ਦੀਆਂ ਕਿਰਪਾਨਾਂ ਪਾ ਕੇ ਤਖਤ 'ਤੇ ਸਜਾਂਗੇ ਅਤੇ ਚੰਦੂ ਨੂੰ ਜੁੱਤੀ ਦੀ ਨੋਕ ਦੇ ਨਾਲ ਅਸੀਂ ਲੈ ਕੇ ਉਹਨੂੰ ਮੌਤ ਦੇ ਘਾਟ ਉਤਾਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਣ ਸੁਣ ਕੇ ਸਾਰੀ ਸੰਗਤ ਨੂੰ ਧਰਵਾਸ ਹੋਇਆ ਅਤੇ ਸਤਿਗੁਰਾਂ ਨੇ ਕਿਹਾ, ਹੁਣ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਰਥਾਏ ਬਾਬਾ ਬੁੱਢਾ ਜੀ, ਭਾਈ ਗੁਰਦਾਸ, ਅਸੀਂ ਸਹਿਜ ਪਾਠ ਪਾ ਕੇ 13 ਦਿਨ ਮਗਰੋਂ ਭੋਗ ਪਾ ਕੇ ਸਾਰੀ ਸੰਗਤ ਨੂੰ ਸੱਦਾਂਗੇ। ਸਤਿਗੁਰੂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਭੋਗ ਪਾਇਆ ਅਤੇ ਭੋਗ ਪਾਉਣ ਤੋਂ ਬਾਅਦ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਵਾਨ ਦੇ ਅੰਦਰ ਸਜੇ ਸਨ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬੇਦੀ ਕੁੱਲ, ਗੁਰੂ ਅੰਗਦ ਦੇਵ ਜੀ ਦੀ ਤਰੇਹਣ ਕੁੱਲ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਭੱਲੇ ਕੁੱਲ ਅਤੇ ਸੋਢੀ ਕੁੱਲ ਦੇ ਅੰਦਰ ਸਾਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਦਸਤਾਰ ਸਜਾਈ। ਇਹ ਸਾਰਾ ਵਾਰਤਾ 1606 ਦੀ ਗੱਲ ਹੈ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤਖਤ 'ਤੇ ਬਿਠਾਇਆ ਅਤੇ ਉਸ ਦਿਨ ਭੋਗ ਵਾਲੇ ਦਿਨ ਸਾਰੀ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਹੁਤ ਸਾਰੇ ਬੇਅੰਤ ਗੁਣਾਂ ਨੂੰ ਵਿਚਾਰਦੀ ਹੈ ਕਿ ਮਹਾਰਾਜ ਜੀ ਨੇ ਬਹੁਤ ਸੁੰਦਰ ਸਰਾਂ ਦੀ ਰਚਨਾ ਕੀਤੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਰਚਨਾ ਕੀਤੀ, ਰਾਮਸਰ ਸਾਹਿਬ ਦੀ ਰਚਨਾ ਕੀਤੀ, ਸੰਤੋਖਸਰ ਸਾਹਿਬ ਦੀ ਰਚਨਾ ਕੀਤੀ। ਜਿਹੜੇ ਬਾਕੀ 2 ਸਰ ਨੇ ਉਹਨਾਂ ਦੀ ਰਚਨਾ ਗੁਰੂ ਹਰਗੋਬਿੰਦ ਸਾਹਿਬ ਕੌਲਸਰ ਅਤੇ ਵਿਵੇਕਸਰ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੀਤੀ ਸੀ। ਸੋ 5ਵੇਂ ਪਾਤਸ਼ਾਹ ਮਹਾਰਾਜ ਦੇ ਗੁਣਾਂ ਨੂੰ ਵਿਚਾਰਦੇ ਸ਼੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਰਨ ਤਾਰਨ ਸਾਹਿਬ ਦੀ ਰਚਨਾ ਕੀਤੀ, ਲੰਗਰ ਦੀ ਮਰਿਆਦਾ ਦੇ ਅੰਦਰ ਪਰਪੱਕਤਾ ਦਿਖਾਈ। ਹੋਰ ਤਰਨ ਤਾਰਨ ਸਾਹਿਬ ਜਦੋਂ ਕਾਲ ਪੈ ਗਿਆ ਸੀ ਤਦੋਂ ਸਿੱਖਾਂ ਦੀ ਸੇਵਾ ਕੀਤੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਣਾਂ ਨੂੰ ਵਿਚਾਰ ਰਹੇ ਨੇ। ਉੱਧਰੋਂ 6ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ 'ਤੇ ਸੁਭਾਇਮਾਨ ਕੀਤਾ ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 11 ਸਾਲ ਦੀ ਉਮਰ ਦੇ ਅੰਦਰ
ਸ਼੍ਰੀ ਅੰਮ੍ਰਿਤਸਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਤੇ ਗੁਰਤਾ ਗੱਦੀ ਦੇ ਉੱਤੇ ਸੱਜ ਕੇ ਇਹ ਹੁਕਮ ਫਰਮਾਨ ਕੀਤੇ ਕਿ ਅੱਜ ਤੋਂ ਬਾਅਦ ਮੇਰੇ ਸਿੱਖ ਮੈਨੂੰ ਸ਼ਸਤਰ ਤੇ ਘੋੜੇ ਭੇਟਾ ਕਰਨ। ਅਕਾਲ ਤਖਤ ਸਾਹਿਬ ਤੋਂ ਹੁਣ ਅੱਜ ਤੋਂ ਬਾਅਦ ਸਿੱਖਾਂ ਦੇ ਧਾਰਮਿਕ ਅਤੇ ਸਮਾਜਿਕ ਮਸਲਿਆਂ ਦੇ ਹੱਲ ਕੀਤੇ ਜਾਣਗੇ। ਸਤਿਗੁਰੂ ਨੇ 2 ਨਿਸ਼ਾਨ ਸਾਹਿਬ ਲਗਵਾਏ, ਮੀਰੀ ਤੇ ਪੀਰੀ ਦੇ, ਜਿਹਦਾ ਅਰਥ ਇਹ ਸੀਗਾ ਵੀ ਜਿਹੜਾ ਪੀਰੀ ਦਾ ਨਿਸ਼ਾਨ ਹੈਗਾ ਉਹ ਉੱਚਾ ਹੋਵੇਗਾ। ਧਰਮ ਜਿਹੜਾ ਹੈ ਉਹ ਰਾਜਨੀਤੀ ਧਰਮ ਦੇ ਅਧੀਨ ਚੱਲੇਗੀ। ਧਰਮ ਸਭ ਤੋਂ ਉੱਤਾ ਹੋਵੇਗਾ ਅਤੇ ਰਾਜਨੀਤੀ ਧਰਮ ਦੇ ਅਧੀਨ ਹੋਵੇਗੀ। ਅਤੇ ਸਤਿਗੁਰਾਂ ਨੇ ਮੀਰੀ ਦਾ ਨਿਸ਼ਾਨ ਨੀਚੇ ਲਗਾਇਆ ਅਤੇ ਸਤਿਗੁਰਾਂ ਨੇ ਪੀਰੀ ਦਾ ਨਿਸ਼ਾਨ ਵੱਡਾ ਕੀਤਾ। ਸਤਿਗੁਰਾਂ ਨੇ ਅਗਲਾ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਢਾਡੀਆਂ ਦੀ ਮਰਿਆਦਾ ਵੀ ਚੱਲੇਗੀ। ਜਿਹੜੇ ਢਾਡੀ ਸਿੰਘ ਹੋਣਗੇ ਉਹ ਵੀਰ ਰਸ ਦਾ ਢਾਡਾਂ ਗਾ ਕੇ, ਵਾਰਾਂ ਗਾ ਕੇ ਆਪਣਾ ਜੋਹਰ ਦਿਖਾਉਣਗੇ ਅਤੇ ਸਿੱਖਾਂ ਦੇ ਅੰਦਰ ਵੀਰ ਰਸ ਦਾ ਜਜ਼ਬਾ ਪੈਦਾ ਕਰਨਗੇ। ਉੱਥੇ ਢਾਡੀ ਅਬਦੁੱਲਾ ਹੋਰਾਂ ਨੇ, ਢਾਡੀ ਨੱਥਾ ਜੀ ਨੇ ਪਹਿਲੀ ਵਾਰ ਗਾਈ ਸੀ 2 ਤਲਵਾਰਾਂ ਵੱਜੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਫਕੀਰੀ ਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਹ ਦਸਤਾਰਬੰਦੀ ਦਾ, ਅਕਾਲ ਤਖਤ ਸਾਹਿਬ ਮਹਾਰਾਜ ਜੀ ਤੇ ਸਜਣ ਦਾ ਅਤੇ ਮੀਰੀ ਅਤੇ ਪੀਰੀ ਦੀਆਂ ਕਿਰਪਾਨਾਂ ਸਜਾਉਣ ਦਾ ਇਹ ਸਾਖੀ ਅੱਜ ਆਪ ਸਾਰੀ ਸੰਗਤ ਨੇ ਸਰਵਣ ਕੀਤੀ ਹੈ। ਇਸ ਨੂੰ ਕੰਠ ਕਰੋ। ਕੰਠ ਕਰਕੇ ਇਸ ਦੇ ਪ੍ਰਸ਼ਨ ਉੱਤਰ ਅਸੀਂ ਤੁਹਾਨੂੰ ਪੁੱਛਾਂਗੇ ਅੱਗੇ ਆਉਣ ਵਾਲੇ ਪ੍ਰੋਗਰਾਮ ਦੇ ਅੰਦਰ, ਅਤੇ ਉਹ ਪ੍ਰਸ਼ਨ ਉੱਤਰ ਤੁਸੀਂ ਤਿਆਰ ਕਰਕੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ ਨੇ। ਇਹ ਸਾਰਾ ਪ੍ਰੋਗਰਾਮ ਕੈਨੇਡਾ, ਅਮੈਰੀਕਾ, ਬੈਲਜੀਅਮ, ਇੰਡੀਆ ਅਤੇ ਹੋਰ ਯੂਰੋਪ ਦੇ ਅੰਦਰ ਕਾਫੀ ਸੰਗਤਾਂ ਤੱਕ ਪਹੁੰਚ ਰਿਹਾ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਇਹ ਇਤਿਹਾਸ ਕੰਠ ਕਰਕੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਸੀਂ ਖੁਸ਼ੀਆਂ ਪ੍ਰਾਪਤ ਕਰੀਏ। ਸਾਰੀ ਸੰਗਤ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ।